ਜਾਣਿਆ ਪਛਾਣਿਆ ਮੁਖੀ ਅਤੇ ਉਸਦੇ ਦੋ ਭਰਾ ਬੁਰ ਅਤੇ ਵਾਸਿਲ, ਉਸਦੇ ਕਬੀਲੇ ਦੇ ਹਜ਼ਾਰਾਂ ਹੋਰ ਮੈਂਬਰਾਂ ਦੇ ਨਾਲ ਬਾਬਾ ਫਰੀਦ ਅੱਲਾ ਦੀ ਰਹਿਮਤ ਦੇ ਕਹਿਣ ਤੇ ਇਸਲਾਮ ਕਬੂਲ ਕਰ ਲਿਆ। 635 ਏ ਬਾਬਾ ਫਰੀਦ ਨੇ ਲੂਣ ਖਾਂ ਅੱਗੇ ਅਰਦਾਸ ਕੀਤੀ। ਫਿਰ ਉਹਨਾਂ ਦੇ 12 ਬੱਚੇ ਹੋਏ। ਉਹਨਾਂ ਦਾ ਵੱਡਾ ਪੁੱਤਰ ਲੱਖੂ ਖਾਨ ਸਰਦਾਰ ਬਣਿਆ। ਬੀਕਾਨੇਰ ਵਿੱਚ ਰੰਗ ਮਹਿਲ ਦਾ ਕਿਲਾ ਬਣਵਾਇਆ ਅਤੇ ਬੀਕਾਨੇਰ ਵਿੱਚ ਲਖਵੀਰਾ ਦਾ ਕਸਬਾ ਵੀ ਉਹਨਾਂ ਦੇ ਨਾਂ ਤੇ ਰੱਖਿਆ ਗਿਆ। ਉਸਦੇ ਵੰਸ਼ਜ ਨੂੰ ਲਖਵੀਰਾ ਕਿਹਾ ਜਾਂਦਾ ਹੈ, ਜੋ ਬਹਾਵਲਨਗਰ ਅਤੇ ਪਾਕਪਟਨ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਕੁਝ ਜੁਏਬਾਜ਼ ਆਪਣੇ ਕਬੀਲੇ ਨੂੰ ਅਰਬ ਮੂਲ ਦੇ ਕਹਿੰਦੇ ਹਨ, ਪਰ ਅਸਲ ਵਿੱਚ ਜੁਏਬਾਜ਼ ਭਾਰਤ ਦੀ ਇੱਕ ਪ੍ਰਾਚੀਨ ਕੌਮ ਹੈ। ਤੌਰ ਅਨੁਸਾਰ ਜੋਇਆ ਗੋਤ ਸ੍ਰੀ ਕ੍ਰਿਸ਼ਨ ਜੀ ਦੀ ਸੰਤਾਨ ਹੈ। ਪਾਕਿਸਤਾਨ ਬਣਨ ਤੋਂ ਬਾਅਦ ਇਹ ਕਬੀਲਾ ਬੀਕਾਨੇਰ ਤੋਂ ਹਿਜਰਤ ਕਰਕੇ ਬਹਾਵਲਪੁਰ ਰਿਆਸਤ ਅਤੇ ਸਾਹੀਵਾਲ ਜ਼ਿਲ੍ਹਾ, ਆਰਿਫਵਾਲਾ, ਪਾਕਪਟਨ ਵਿੱਚ ਵਸ ਗਿਆ। 7ਵੀਂ ਸਦੀ 10ਵੀਂ ਸਦੀ ਈਸਵੀ ਵਿੱਚ ਰਾਜਪੂਤਾਂ ਨਾਲ ਕਈ ਲੜਾਈਆਂ ਹੋਈਆਂ। 1941 ਵਿੱਚ ਰਾਜਪੂਤਾਨੇ ਦੇ ਜਾਟਾਂ ਅਤੇ ਗੱਦਾਰਾਂ ਨੇ ਜੁਏਬਾਜ਼ਾਂ ਦੇ ਵਿਰੁੱਧ ਇਕਜੁੱਟ ਹੋ ਕੇ ਆਪਣੇ ਜੱਦੀ ਸ਼ਹਿਰ ਰੰਗ ਮਹਿਲ ਨੂੰ ਅਲਵਿਦਾ ਕਹਿ ਦਿੱਤਾ ਅਤੇ ਸਤਲੁਜ ਦਰਿਆ ਦੇ ਆਲੇ ਦੁਆਲੇ ਇੱਕ ਨਵਾਂ ਸ਼ਹਿਰ ਸਲੀਮਗੜ੍ਹ ਦੀ ਸਥਾਪਨਾ ਕੀਤੀ। ਮੌਖਿਕ ਪਰੰਪਰਾ ਅਨੁਸਾਰ ਸਲੀਮਗੜ੍ਹ ਦਾ ਮੂਲ ਨਾਂ ਫਰੀਦ ਸੀ। ਬਾਅਦ ਵਿੱਚ ਨਵਾਬ ਸਾਦਿਕ ਮੁਹੰਮਦ ਖਾਨ ਆਏ ਨੇ ਗ੍ਰੰਥੀਆਂ ਨੂੰ ਟੈਕਸ ਨਾ ਦੇਣ ਲਈ ਨਵਾਬ ਫਰੀਦ ਖਾਨ ਦੂਜੇ ਅਤੇ ਉਸਦੇ ਭਰਾਵਾਂ ਮਾਰੂਫ ਖਾਨ ਅਤੇ ਅਲੀ ਖਾਨ ਨਾਲ ਲੜਾਈ ਕੀਤੀ। ਨਤੀਜੇ ਵਜੋਂ ਨਵਾਬ ਸਾਦਿਕ ਮੁਹੰਮਦ ਖਾਨ ਨੇ ਦੱਖਣ ਵਿੱਚ ਬੀਕਾਨੇਰ ਦੀ ਸਰਹੱਦ ਅਤੇ ਉੱਤਰ ਵਿੱਚ ਪਾਕਪਟਨ ਦੀ ਜਾਇਦਾਦ ਤੇ ਕਬਜ਼ਾ ਕਰ ਲਿਆ ਅਤੇ ਲਖਵੀਰਾ ਦੀ ਰਿਆਸਤ ਨੂੰ ਬਹਾਵਲਪੁਰ ਰਿਆਸਤ ਨਾਲ ਮਿਲਾਇਆ ਗਿਆ। ਹਾਲਾਂਕਿ ਸ਼ਾਹਾਨ ਅੱਬਾਸੀ ਨੇ ਬਾਅਦ ਵਿੱਚ ਲੇਖਕਾਂ ਦੀ ਨਿੱਜੀ ਜਾਇਦਾਦ ਨੂੰ ਬਹਾਲ ਕਰ ਦਿੱਤਾ ਅਤੇ ਉਹਨਾਂ ਨੂੰ ਅਦਾਲਤੀ ਸਨਮਾਨ ਦਿੱਤਾ। ਜਨਰਲ ਬਖਤ ਖਾਨ ਜੰਗ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਕਮਾਂਡਰ ਵੀ ਜੁਏਬਾਜ਼ ਸੀ। ਰਾਜਪੂਤ 36 ਸ਼ਾਹੀ ਪਰਿਵਾਰਾਂ ਨਾਲ ਸੰਬੰਧਿਤ ਹਨ। ਇੱਕ ਪਰੰਪਰਾ ਦੇ ਅਨੁਸਾਰ ਰਾਜਾ ਪੋਰਸ ਜੋ ਸਿਕੰਦਰ ਮਹਾਨ ਦੇ ਵਿਰੁੱਧ ਲੜਿਆ ਸੀ, ਇੱਕ ਜੋਇਆ ਰਾਜਪੂਤ ਸੀ। ਮੁਲਤਾਨ ਬਾਰ ਅਤੇ ਜੰਗਲ ਦੇ ਰਾਜੇ ਮਸ਼ਹੂਰ ਸਨ, ਕਿਉਂਕਿ ਹਰੇ ਘਾਹ ਦੇ ਖੇਤ ਨੂੰ ਜੌਂ ਕਿਹਾ ਜਾਂਦਾ ਹੈ। ਉਸੇ ਜੋਹੀ ਦੇ ਮਾਲਕ ਇਹ ਜੋਹੀ ਅਤੇ ਜੋਈ ਮਸ਼ਹੂਰ ਹੋਏ, ਜਿਨ੍ਹਾਂ ਨੇ ਬਾਬਾ ਫਰੀਦ ਅੱਲਾ ਮਿਹਰ ਦੇ ਹੱਥੋਂ ਇਸਲਾਮ ਕਬੂਲ ਕੀਤਾ। ਸਾਦੁੱਲਾ ਜੋਆ ਦੁਆਰਾ ਲਿਖਿਆ ਗਿਆ।